हेलो स्टूडेंट्स, ਅਸੀਂ ਇੱਕ ਨਵਾਂ ਟੌਪਿਕ ਸ਼ੁਰੂ ਕਰ ਰਹੇ ਹਾਂ ਅੱਜ ਪੁਆਇੰਟਰਸ। ਹੁਣ ਜਿਹੜਾ ਇਸ ਤੋਂ ਪਹਿਲਾਂ ਵਾਲਾ ਲੈਕਚਰ ਹੈ ਐਰੇਜ਼ ਐਂਡ ਪੁਆਇੰਟਰਸ ਦੇ ਵਿੱਚ ਕੁਝ ਮਤਲਬ ਯੂ ਹੈਵ ਟੂ ਲਰਨ ਬੋਥ ਸਾਈਡ ਬਾय ਸਾਈਡ। ਸੋ ਐਰੇਜ਼ ਵਾਲਾ ਟੌਪਿਕ ਹਲੇ ਕੰਪਲੀਟ ਨਹੀਂ ਹੋਇਆ, ਬਟ ਜਿਹੜਾ ਅੱਗੇ ਫਰਦਰ ਟੌਪਿਕ ਹੈ ਉਹਦੇ ਲਈ ਪੁਆਇੰਟਰਸ ਦੀ ਨੌਲੇਜ ਜ਼ਰੂਰੀ ਹੈ। ਸੋ ਆਈ ਐਮ touching all these two topics side by side. Now what is a pointer? Pointer is basically something which is storing address. So pointer अगर definition ਆਪਾਂ देखिए तो pointer is a variable which stores address of another variable, which stores address of another variable. ਅਸੀਂ ਹਲੇ ਤਾਂ ਇਹ ਲਰਨ ਕੀਤਾ ਹੈ ਕਿ what is a variable. Suppose I say I declare a variable int x. ਹੁਣ ਜਿਹੜਾ x variable ਹੈ ਇਹ ਕਿਤੇ ਮੈਮਰੀ 'ਚ ਜਾ ਕੇ ਸਟੋਰ ਹੋਏਗਾ, ਤੇ ਜਿੱਥੇ ਜਾ ਕੇ ਸਟੋਰ ਹੁੰਦਾ ਉਹਦੀ ਅਗਰ ਐਡਰੈਸ ਸਟੋਰ ਹੋਵੇ ਤਾਂ ਉਹ ਜਿਹੜਾ ਵੈਰੀਏਬਲ ਹੈ that will be a pointer. ਪੁਆਇੰਟਰ ਡਿਕਲੇਅਰ ਕਰਨ ਲਈ ਤੁਸੀਂ ਸਟਾਰ ਸਿੰਬਲ ਯੂਜ਼ ਕਰਦੇ ਹੋ p, ਠੀਕ ਹੈ। This can be any variable but you use a star symbol. ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਡਿਕਲੇਰੇਸ਼ਨ ਕਰਦੇ ਹੋ that means it is a normal variable, but whenever you put a star symbol in front of a variable then it is a pointer. So this is a pointer declared and this is a normal variable. Now what is a pointer? Pointer is a variable which stores address of another variable. In this example ਅਸੀਂ x ਜਿਹੜਾ ਹੈਗਾ ਇਹਦਾ ਐਡਰੈਸ ਸਟੋਰ ਕਰਾਂਗੇ p ਦੇ ਵਿੱਚ। So in order to store address p is equal to ampersand x. ਅਸੀਂ ਪਹਿਲਾਂ ਵੀ ਦੇਖਿਆ ਵੀ ਅਸੀਂ scanf ਦੇ ਵਿੱਚ ampersand यूज़ ਕਰਦੇ ਸੀ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਐਡਰੈਸ ਸਟੋਰ ਕਰਦਾ ਹੈ। ਤੇ ਉਸੇ ਤਰ੍ਹਾਂ ਜਿਹੜਾ ਆ ampersand ਸਾਈਨ ਹੈ ਇਹਨੂੰ ਆਪਾਂ ਕਹਿੰਦੇ ਆ ਐਡਰੈਸ ਆਫ ਆਪਰੇਟਰ। ਬੇਸਿਕਲੀ ਕੀ ਕਰ ਰਿਹਾ ਹੈ, ampersand is are telling ਕਿ ਐਡਰੈਸ ਆਫ x ਦਾ ਐਡਰੈਸ ਜਿਹੜਾ ਹੈ ਉਹ ਸਟੋਰ ਕੀਤਾ ਸੀ p ਦੇ ਵਿੱਚ and p is a pointer. So we are storing address of variable x into another variable that is p ਜਿਹਨੂੰ ਆਪਾਂ pointer ਕਹਿੰਦੇ हैं. This clears the definition कि variable which stores address of another variable is known as a pointer. That is one thing. ਜਿਹੜੀ ਦੂਜੀ ਚੀਜ਼ ਅਸੀਂ ਧਿਆਨ ਰੱਖਣੀ ਹੈ, ਜਦੋਂ ਵੀ variable ਦਾ ਐਡਰੈਸ ਸਟੋਰ ਹੋਏਗਾ ਇਹਨਾਂ ਦੋਨਾਂ ਦੀ ਡੇਟਾ ਟਾਈਪ ਸੇਮ ਹੋਏਗੀ। ਅਗਰ x ਇੱਕ ਇੰਟੀਜਰ ਵੈਰੀਏਬਲ ਹੈ ਤਾਂ p ਦੀ ਜਿਹੜੀ ਡੇਟਾ ਟਾਈਪ ਹੈ ਉਹ ਵੀ ਇੰਟੀਜਰ ਹੋਏਗੀ। ਮਤਲਬ ਜਿਹੜਾ ਐਡਰੈਸ ਸਟੋਰ ਹੋਣਾ ਉਹਦੀ ਸਿਮਿਲਰ ਡੇਟਾ ਟਾਈਪ ਦੇ ਵਿੱਚ ਉਹ ਸਟੋਰ ਕੀਤਾ ਜਾ ਸਕਦਾ ਹੈ। that has to be taken care. Now suppose I say address of, there is another concept of star symbol. star symbol ਜਿਹੜਾ ਹੁੰਦਾ ਇਹਨੂੰ ਆਪਾਂ ਡੀਰੈਫਰੈਂਸ operator ਵੀ ਕਹਿੰਦੇ, ਡੀਰੈਫਰੈਂਸ operator. Now you have to understand certain things here कि अगर तुसी x ਨੂੰ ਕੋਈ ਵੈਲਿਊ ਇਨੀਸ਼ੀਅਲਾਈਜ਼ ਕੀਤੀ, suppose I give it a value 17, ਤੇ ਅਸੀਂ ਨਾਰਮਲ printf ਸਟੇਟਮੈਂਟ ਜਦੋਂ ਲਾਉਨੇ ਆ ਤਾਂ x ਦੀ ਵੈਲਿਊ ਪ੍ਰਿੰਟ ਕਰਵਾਈਏ ਤਾਂ ਵੈਲਿਊ ਹੋਏਗੀ 17 ਪ੍ਰਿੰਟ। ਲੇਕਿਨ ਜਿਹੜਾ x ਵੈਰੀਏਬਲ ਹੈ ਜਿਹਦੇ ਵਿੱਚ 17 ਵੈਲਿਊ ਸਟੋਰ ਹੈ ਉਹ ਕਿਸੇ ਜਗ੍ਹਾ ਤੇ ਕੰਪਿਊਟਰ ਮੈਮਰੀ ਦੇ ਵਿੱਚ ਸਟੋਰ ਹੋਏਗਾ। ਰੈਂਡਮਲੀ ਮੈਂ ਸਪੋਜ਼ ਕਰਦੀ ਹਾਂ ਕਿ ਉਹਦੀ ਜਿਹੜੀ ਐਡਰੈਸ ਵੈਲਿਊ ਹੈ ਉਹ ਇਹ ਹੈ 62850। ਇਹ ਕੋਈ ਰੈਂਡਮ ਐਡਰੈਸ ਹੈ ਜਿੱਥੇ 17 ਵੈਲਿਊ ਸਟੋਰ ਹੋ ਗਈ। ਸੋ ਵੈਨ ਵੀ ਵਿਲ ਪ੍ਰਿੰਟ p, ਜਦੋਂ p ਪ੍ਰਿੰਟ ਕਰਾਂਗੇ p ਕੀ ਹੈ, ਐਡਰੈਸ ਹੈ, ਸੋ ਐਡਰੈਸ ਪ੍ਰਿੰਟ ਹੋਏਗਾ 62850। ਨਾਓ printf ਸਟੇਟਮੈਂਟਸ ਅਗਰ ਆਪਾਂ ਲਾਈਏ ਤਾਂ printf ਦੇ ਵਿੱਚ ਅਗਰ ਤੁਸੀਂ ਇਕੱਲਾ x ਪ੍ਰਿੰਟ ਕਰੋਗੇ, x ਪ੍ਰਿੰਟ ਕਰਨ ਲਈ ਤੁਸੀਂ %d ਯੂਜ਼ ਕਰਦੇ ਹੋ ਐਂਡ ਦੈਨ ਯੂ ਕੈਨ ਸੇ x ਪ੍ਰਿੰਟ। ਇਫ ਯੂ ਵਿਲ ਪ੍ਰਿੰਟ x ਤੁਸੀਂ ਕੀ ਪ੍ਰਿੰਟ ਕਰੋਗੇ, 17 ਆਊਟਪੁੱਟ ਆਏਗਾ। ਬਟ ਅਗਰ ਤੁਸੀਂ ਐਡਰੈਸ ਪ੍ਰਿੰਟ ਕਰਵਾਉਣਾ ਹੈ, ਐਡਰੈਸ ਪ੍ਰਿੰਟ ਕਰਾਉਣ ਲਈ ਦੇਰ ਇਜ਼ ਅ ਫਾਰਮੈਟ ਸਪੈਸੀਫਾਇਰ %u, ਠੀਕ ਹੈ, ampersand x ਬੇਸਿਕਲੀ ਕੀ ਹੈ, ਐਡਰੈਸ ਆਫ x। ਤੇ ਜੇ ਮੈਂ ਇੱਕ ਰੈਂਡਮਲੀ ਇੱਕ ਐਡਰੈਸ ਲਿਆ, ਜ਼ਰੂਰੀ ਨਹੀਂ ਕਿ ਇਹੀ ਐਡਰੈਸ ਆਏਗਾ। ਜਦੋਂ ਤੁਸੀਂ ਇਹਨੂੰ ਆਪਦੇ ਕੰਪਿਊਟਰ 'ਤੇ ਐਗਜ਼ੀਕਿਊਟ ਕਰੋਗੇ ਤਾਂ ਦਿਸ ਮੇ ਬੀ ਸਮ ਅਦਰ ਵੈਲਿਊ। ਤੇ ਮੈਂ ਸਪੋਜ਼ ਕਹਿ ਰਹੀ ਹਾਂ ਕਿ ਆਊਟਪੁੱਟ ਆ ਰਿਹਾ 62850। ਸੋ ਦਿਸ ਇਜ਼ ਐਨ ਐਡਰੈਸ। ਨਾਓ ਸਪੋਜ਼
मैं एक होर printf स्टेटमेंट लिखा एंड आई राइट परसेंटेज यू बेसिकली एड्रैस वेरिएबल है तो p प्रिंट करांगे। p प्रिंट जो करांगे तो भी 62850 ही आउटपुट आएगी। अगर असी एक printf स्टेटमेंट लिखते हैं जिसे लिखा परसेंटेज d and you write here star p, this will give 17 value, this will give 17 value। ਹੁਣ ਆ ਜਿਹੜੇ 4 ਪੁਆਇੰਟਸ ਮੈਂ ਇਸ ਵੇਲੇ ਬੋਰਡ ਤੇ ਲਿਖੇ ਆ, these are very important ਤੇ ਇਸ ਚੀਜ਼ ਨੂੰ ਧਿਆਨ ਨਾਲ ਅੰਡਰਸਟੈਂਡ ਕਰਨਾ ਹੈ। ਇਹਦੇ ਚ ਦੋ ਚੀਜ਼ਾਂ, ਦੋ ਜਗ੍ਹਾ ਤਾਂ ਮੈਂ परसेंटेज d ਲਿਖਿਆ, that means you are printing an integer value, ਤੇ ਦੋ ਜਗ੍ਹਾ परसेंटेज u ਲਿਖਿਆ, it means you are printing an address value। ਹੁਣ ਅਗਰ ਤੁਸੀਂ ਉੱਪਰ ਵਾਲੀ ਸਟੇਟਮੈਂਟ ਲਿਖੋ, ਦੇਖੋ ਤੇ ਤੁਸੀਂ %x means address, ਤੇ ਐਡਰੈਸ ਕਿੱਥੇ ਸਟੋਰ ਹੋਇਆ p ਦੇ ਵਿੱਚ, ਤਾਂ p is also an address then। ਸੋ ਜਦੋਂ ਤੁਸੀਂ %x ਪ੍ਰਿੰਟ ਕਰਦੇ ਹੋ ਜਾਂ p ਪ੍ਰਿੰਟ ਕਰਦੇ ਹੋ ਤਾਂ ਦੋਨੇ ਵਾਰੀ ਐਡਰੈਸ ਪ੍ਰਿੰਟ ਹੋਏਗਾ। ਇਹ ਐਡਰੈਸ ਸੇਮ ਹੈ ਲੇਕਿਨ ਇਹਨਾਂ ਦੀ ਡਿਸਪਲੇ ਕਰਨ ਦਾ ਤਰੀਕਾ, ਮਤਲਬ ਪੁਆਇੰਟਰ ਨੂੰ ਡਿਸਪਲੇ ਕਰਾ ਲਓ ਜਾਂ %x ਲਿਖੋ ਤਾਂ ਐਡਰੈਸ ਪ੍ਰਿੰਟ ਹੋਣਗੇ। ਅਗਰ x ਵੈਰੀਏਬਲ ਪ੍ਰਿੰਟ ਕਰਦੇ ਆ, ਆਹ ਨਾਰਮਲ ਪ੍ਰਿੰਟਫ ਸਟੇਟਮੈਂਟ ਹੈ ਜਿਹੜੀ ਅੱਜ ਤਾਈਂ ਆਪਾਂ ਸਿੱਖੀ ਹੈ। सो whenever you print x 17 वैल्यू। हुण ਇਹਦੇ ਚ ਇੱਕ ਹੋਰ ਚੀਜ਼ ਹੈ ਜਿਹੜਾ स्टार p लिखिया, स्टार p मीनस डी रेफरेंस ऑपरेटर। डी रेफरेंस मतलब बेसिकली ਜਿਹੜਾ पॉइंटर एड्रैस ਜਿਹਨੂੰ रेफर कर रहा ਉਹ जगह ਤੇ ਕੀ ਪਿਆ, ਉਸ जगह ਤੇ ਕੀ ਪਿਆ 17 ਪਿਆ। सो ਇਹ डी रेफरेंसिंग ऑपरेटर है, ਇਹ ਐਕਚੁਅਲੀ ਵੈਲਿਊ ਦੱਸਦਾ ਵੀ ਇਸ ਪੁਆਇੰਟਰ ਐਡਰੈਸ ਤੇ ਕੀ ਚੀਜ਼ ਸਟੋਰਡ ਹੈ। ਸੋ ਇਸ ਪੁਆਇੰਟਰ ਐਡਰੈਸ ਤੇ ਕੀ ਚੀਜ਼ ਸਟੋਰਡ ਹੈ, ਦੈਟ ਇਜ਼ ਦ 17 ਵੈਲਿਊ। ਸੋ ਯੂ ਡੋਂਟ ਹੈਵ ਟੂ ਕਨਫਿਊਜ਼ ਆਲ ਦਿਸ, ਇਹਨੂੰ ਕਨਫਿਊਜ਼ਨ ਬਿਲਕੁਲ ਨਹੀਂ ਕ੍ਰੀਏਟ ਕਰਨਾ। x ਸਿੰਪਲ ਵੈਰੀਏਬਲ, ਜਦੋਂ ਪੁਆਇੰਟਰ ਡਿਕਲੇਅਰ ਕਰਨਾ ਹੈ ਤਾਂ ਸਟਾਰ p ਲੱਗਦਾ ਹੈ। ਇਟ ਮੀਨਸ ਇਹ ਅਸੀਂ ਪੁਆਇੰਟਰ ਡਿਕਲੇਅਰ ਕੀਤਾ, उस पॉइंटर ਨੂੰ जिस वेरिएबल नाल इनिशियलाइज करना है ਉਹਦਾ एड्रैस इनिशियलाइज इस स्टेटमेंट नाल होया। ਇਹਦਾ मतलब है भी तुसी x ਦਾ एड्रैस p ਨੂੰ ਦੇ ਦਿੱਤਾ। ਉਸ ਤੋਂ ਬਾਅਦ मैं 4 स्टेटमेंट्स लिखियां which says कि x means value, star p means also value because ਇਹ ਦੱਸਦਾ ਹੈ ਵੀ p ਵਾਲੇ एड्रैस ਤੇ ਕੀ वैल्यू स्टोर्ड है 17। %x means address, so it is giving us an address value। ਤੇ p ਦਾ मतलब ਪॉइंटर ਹੁੰਦਾ ਹੈ, ਪॉइंटर ਦਾ मतलब ਹੀ ਐਡਰੈਸ ਹੁੰਦਾ ਹੈ ਤੇ ਇਹ ਵੀ ਤੁਹਾਨੂੰ ਐਡਰੈਸ ਪ੍ਰਿੰਟ ਕਰੇਗਾ। ਹੁਣ ਇਹ ਉੱਪਰ ਕੁਐਸਚਨ ਮਤਲਬ ਤੁਸੀਂ ਸਟੂਡੈਂਟਸ ਦੇ ਕਈ ਵਾਰੀ ਮੈਨੂੰ ਰੈਂਡਮ ਕੁਐਸਚਨਸ ਆ ਜਾਂਦੇ, ਮੈਮ ਉੱਪਰ ਹੈਡਰ ਫਾਈਲ ਲਿਖਣੀ ਹੈ, ਮੇਨ ਲਿਖਣਾ ਹੈ। ਹਾਂਜੀ, ਇਹਦੇ ਵਿੱਚ ਇਹ ਮੇਨ ਦੇ ਵਿੱਚ ਹੀ ਲਿਖਿਆ ਜਾਏਗਾ ਤੇ ਇਹਦੇ ਉੱਪਰ ਹੈਡਰ ਫਾਈਲਸ ਵੀ ਲਿਖਣੀ ਹੈ, ਦੈਟ ਇਜ਼ ਕਾਮਨ। ਹੁਣ ਅਸੀਂ ਬਹੁਤ ਸਾਰੇ ਲੈਕਚਰਸ ਅਟੈਂਡ ਕਰ ਚੁੱਕੇ ਹਾਂ। ਹੁਣ ਕਈ ਵਾਰੀ ਜਦੋਂ ਮੈਂ ਨਾਰਮਲੀ ਪੜ੍ਹਾਉਣੀ ਹੈ, ਇਟ ਇਜ਼ ਅੰਡਰਸਟੂਡ ਦੈਟ ਯੂ ਹੈਵ ਟੂ ਰਾਈਟ ਦਿਸ ਇਨ ਦਾ ਮੇਨ ਐਂਡ ਯੂ ਹੈਵ ਟੂ ਰਾਈਟ ਹੈਡਰ ਫਾਈਲਸ ਆਲਸੋ। ਨਾਓ ਅਸੀਂ ਹੁਣ ਤਾਈਂ ਦੇਖਿਆ ਵੀ ਹੈਵ ਲਰਨਡ ਇੰਟੀਜਰ ਪੁਆਇੰਟਰ। ਹੁਣ ਸਿਮਿਲਰਲੀ ਅਸੀਂ ਕਰੈਕਟਰ ਪੁਆਇੰਟਰ ਡਿਕਲੇਅਰ ਕਰ ਸਕਦੇ ਹਾਂ, ਅਸੀਂ ਫਲੋਟ ਟਾਈਪ ਪੁਆਇੰਟਰ ਡਿਕਲੇਅਰ ਕਰ ਸਕਦੇ ਹਾਂ। ਬਸ ਇਹਦੇ 'ਚ ਸਿਰਫ ਧਿਆਨ ਇਹ ਰੱਖਣਾ ਹੈ ਵੀ ਜਿਹੜਾ ਕਰੈਕਟਰ ਪੁਆਇੰਟਰ ਹੈ ਇਹ ਐਡਰੈਸ ਸਟੋਰ ਕਰੇਗਾ ਕਰੈਕਟਰ ਵੈਰੀਏਬਲ ਦਾ, ਫਲੋਟ ਪੁਆਇੰਟਰ ਹੈ ਜਿਹੜਾ ਇਹ ਫਲੋਟ ਟਾਈਪ ਵੈਰੀਏਬਲ ਦਾ ਐਡਰੈਸ ਸਟੋਰ ਕਰੇਗਾ। ਯੂ ਕੈਨ ਇਨੀਸ਼ੀਅਲਾਈਜ਼ ਇਟ ਇਨ ਅ ਸਿਮਿਲਰ ਵੇ, ਜਿਵੇਂ ਆਪਾਂ ਇੰਟੀਜਰ ਨੂੰ ਇਨੀਸ਼ੀਅਲਾਈਜ਼ ਕੀਤਾ, ਅਸੀਂ ਕੋਈ ਕਰੈਕਟਰ ਲੈਣੇ ਆ, ਕਰੈਕਟਰ a, अगर a ਨੂੰ ਇਨੀਸ਼ੀਅਲਾਈਜ਼ ਕਰਨਾ ਹੈ p, ਸੋ p ਇਜ਼ ਇਕੁਅਲ ਟੂ %a। a ਕਰੈਕਟਰ ਇੱਕ ਵੈਰੀਏਬਲ ਹੈ, ਤੁਸੀਂ ਇਹਦਾ ਐਡਰੈਸ ਰੈਫਰੈਂਸ ਦੇਤੀ ਪੁਆਇੰਟਰ p ਤੇ p ਪੁਆਇੰਟਰ ਜਿਹੜਾ ਹੈ ਉਹ ਕਰੈਕਟਰ ਟਾਈਪ ਹੈ, ਠੀਕ ਹੈ। ਸਿਮਿਲਰਲੀ ਤੁਸੀਂ ਕੋਈ ਹੋਰ ਨਾਮ ਦੇਣਾ ਚਾਹੁੰਦੇ ਹੋ p1 ਦੇ ਦਿਓ। ਅਗਰ ਇੱਕੇ ਪ੍ਰੋਗਰਾਮਸ ਲਿਖੋਗੇ ਤਾਂ ਯੂ ਸ਼ੁਡ ਹੈਵ ਡਿਫਰੈਂਟ ਨੇਮਸ। ਐ ਨਹੀਂ ਕਰਨਾ ਵੀ ਕਰੈਕਟਰ ਇਹਦਾ ਨਾਮ ਵੀ p ਰੱਖਤਾ ਤੇ ਫਲੋਟ ਦਾ ਨਾਮ ਵੀ p ਰੱਖਤਾ ਅਗਰ ਇੱਕੇ ਸੇਮ ਪ੍ਰੋਗਰਾਮਸ ਲਿਖ ਰਹੇ ਹੋ। ਸੋ ਦਿਸ ਸ਼ੁਡ ਬੀ p ਐਂਡ ਦਿਸ ਇਜ਼ p1। ਸੋ ਅਗਰ ਕੋਈ ਫਲੋਟ ਵੈਰੀਏਬਲ ਡਿਕਲੇਅਰ ਕਰੀਏ b ਤੇ ਅਗਰ b ਦਾ ਐਡਰੈਸ ਤੁਸੀਂ ਦੇਣਾ ਹੈ %b ਐਡਰੈਸ ਦੇਤਾ p1 ਨੂੰ, ਦੈਟ ਇਜ਼ ਯੋਰ ਫਲੋਟ ਟਾਈਪ ਪੁਆਇੰਟਰ, ਠੀਕ। ਦਿਸ ਕਲੀਅਰ ਕਰਦਾ ਹੈ ਪੁਆਇੰਟ ਜਿਹੜਾ ਮੈਂ ਹੁਣ ਐਸੇ ਲੈਕਚਰ 'ਚ ਸ਼ੁਰੂ 'ਚ ਦੱਸਿਆ ਕਿ ਜਿਸ ਤਰੀਕੇ ਦਾ ਵੈਰੀਏਬਲ ਹੋਏਗਾ ਉਸੇ ਟਾਈਪ ਦਾ ਪੁਆਇੰਟਰ ਲੈ ਕੇ ਆਪਾਂ ਉਹਦਾ ਐਡਰੈਸ ਉਹਨੂੰ ਸਟੋਰ ਕਰਨ ਲਈ ਯੂਜ਼ ਕਰਨਾ ਹੈ। ਦ ਨੈਕਸਟ ਕੰਸੈਪਟ ਇਜ਼ ਆਪਰੇਸ਼ਨਸ ਔਨ ਪੁਆਇੰਟਰਸ। ਆਪਰੇਸ਼ਨਸ ਔਨ ਪੁਆਇੰਟਰਸ, ऑपरेशन ऑन पॉइंटर्स मतलब पॉइंटर्स ते की काम किया जा सकता है। नॉर्मली असी दो काम पॉइंटर्स ते कर सकते हैं, एडिशन ते सबट्रैक्शन।
ਅਸੀਂ ਗੱਲ ਕਰੀਏ ਅਗਰ ਮਲਟੀਪਲੀਕੇਸ਼ਨ ਡਿਵੀਜ਼ਨ ਇਹ ਵਾਲੇ ਆਪਰੇਸ਼ਨਸ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ this is not done on pointers. We can only add pointers and we can only subtract pointers because ਜਿਹੜੇ pointers ਹੈ address variable ਹੈ. address variables means ਤੁਸੀਂ address ਤੇ ਅੱਗੇ ਕਿਤੇ shift ਕਰ ਸਕਦੇ ਹੋ, address ਤੇ ਕਿਤੇ ਪਿੱਛੇ shift ਕਰੇ ਜਾ ਸਕਦੇ ਹੋ, but you cannot multiply addresses and divide addresses. Suppose there are, you can add on to the pointers add ਜਾਂ subtract ਕਰਨ ਲਈ ਅਸੀਂ इंक्रीमेंट ऑपरेटर या डिक्रीमेंट ऑपरेटर भी यूज कर सकते हैं. ऑपरेटर्स वाले लेक्चर्स जो डिस्कस किए हुए की करते हैं, दिस इंक्रीजेज वैल्यू बाय 1 एंड दिस डिक्रीजेज वैल्यू बाय 1. सपोज आई डिक्लेयर एन इंटीजर पॉइंटर एंड आई डिक्लेयर एन इंटीजर वेरिएबल. मैं p ਨੂੰ इनिशियलाइज कर लिया x वेरिएबल नाल एंड सपोज आई इंक्रीज p प्लस प्लस. सो वट आर वी डूइंग, असी ਇਹਦੀ एड्रैस वैल्यू ਵਧਾ ਰਹੇ हैं. ठीक है, ਅਸੀਂ एड्रैस शिफ्ट करांगे. अगर ਜਿਹੜਾ x वेरिएबल है वो किसी एड्रैस ਤੇ स्टोर है जिमें 4890 ਤੇ ਜਦੋਂ p++ ਕਰਾਂਗੇ ਤਾਂ ਇਹ ਐਡਰੈਸ ਇੱਕ ਵੈਲਿਊ ਨਾਲ ਜੰਪ ਕਰੇਗਾ. ਹੁਣ ਇੱਕ ਵੈਲਿਊ ਨਾਲ ਜੰਪ ਕਰਨ ਦਾ ਮਤਲਬ ਕੀ ਹੈ, ਜਿਹੜਾ ਪੁਆਇੰਟਰ ਹੈ ਇਹ ਤੁਹਾਡਾ ਇੰਟੀਜਰ ਪੁਆਇੰਟਰ ਹੈ ਇੱਥੇ ਤੇ ਇੰਟੀਜਰ ਵੈਲਿਊ ਜਿਹੜੀ ਹੈ ਉਹ 2 ਬਾਈਟਸ ਆਫ ਸਪੇਸ ਲੈਂਦੀ ਹੈ. ਸੋ ਜਿਹੜਾ ਨੈਕਸਟ ਐਡਰੈਸ ਅਗਰ ਜੰਪ ਕਰੀਏ ਤਾਂ ਦੈਟ ਵਿਲ ਬੀ 4892. ਉਸ ਤੋਂ ਬਾਅਦ ਜਿਹੜਾ ਐਡਰੈਸ ਅਗਰ ਜੰਪ ਕਰਾਂਗੇ ਅਸੀਂ 4894. ਹਰੇਕ 'ਚ 2 ਦਾ ਗੈਪ ਹੋਏਗਾ ਬਿਕੋਜ਼ ਇੱਕ ਇੰਟੀਜਰ ਵੈਰੀਏਬਲ ਉਹ 2 ਬਾਈਟ ਸਪੇਸ ਲੈਂਦਾ ਹੈ. ਸੋ ਵੈਨਐਵਰ ਆਈ ਸੇ p++ ਇਟ ਮੀਨਸ ਇੱਕ ਪੁਆਇੰਟ ਜੰਪ ਕੀਤਾ ਲੇਕਿਨ ਬਾਈਟ ਦੇ ਵਿੱਚੋਂ 2 ਬਾਈਟਸ ਜੰਪ ਹੋਇਆ ਬਿਕੋਜ਼ ਜਿਹੜਾ ਤੁਹਾਡਾ ਵੈਰੀਏਬਲ ਹੈ ਜਿਹਨੂੰ ਤੁਸੀਂ ਇਸ ਪੁਆਇੰਟਰ ਦਾ ਐਡਰੈਸ ਦਿੱਤਾ ਦੈਟ ਇਜ਼ ਐਨ ਇੰਟੀਜਰ ਵੈਰੀਏਬਲ. इफ इट इज़ अ करैक्टर पॉइंटर फिर एक दा जंप होएगा इन्हां दे विच 980 तो 90 तो बाद 91 होएगा 9. अगर ये फ्लोट टाइप पॉइंटर हुंदे तो फ्लोट 4 बाइट स्पेस लैंदा है तो दैन देयर विल बी अ जंप ऑफ 4 बाइट्स. आई होप दिस इज़ वेरी क्लीयर. मैं एक बार दोबारा फिर एक्सप्लेन कर रही हैं. इंटीजर वैरिएबल 2 बाइट स्पेस लैंदा है. सो वैनएवर तुसी उस पॉइंटर नूं इंक्रीज करोगे ਤਾਂ 2 ਪੁਆਇੰਟ ਨਾਲ ਵਧੇਗਾ. ਅਗਰ ਡਿਕਰੀਜ਼ ਕਰੋਗੇ ਤਾਂ ਸਿਮਿਲਰਲੀ 2 ਪੁਆਇੰਟ ਨਾਲ ਘਟੇਗਾ. ਅਗਰ p ਮਾਈਨਸ ਕਰਦੇ ਹੋ ਤਾਂ ਐਡਰੈਸ 2 ਪੁਆਇੰਟਸ ਪਿੱਛੇ ਜਾਏਗਾ. ਸੋ ਐਡਰੈਸ ਵਿਲ ਬੀ 48 ਐਂਡ ਇਹਦੇ ਵਿੱਚ 2 ਮਾਈਨਸ ਕੀਤੇ ਦੈਨ ਇਟ ਇਜ਼ 88 ਬਿਕੋਜ਼ ਪੁਆਇੰਟਰ ਜਿਹੜਾ ਹੈ ਔਰ ਇੰਟੀਜਰ ਟਾਈਪ ਹੈ ਯੂ ਆਰ ਮੂਵਿੰਗ ਬੈਕ. ਸੋ ਯੂ ਵਿਲ ਮੂਵ ਬੈਕ ਬਾਈ 1 ਪੁਆਇੰਟ ਬਟ 2 ਬਾਈਟਸ ਆਫ ਸਪੇਸ. ਤੇ ਜੇ ਅਗਰ ਬਾਈਟਸ ਦੇ ਫਾਰਮ 'ਚ ਗੱਲ ਕਰੀਏ ਐਡਰੈਸ ਤਾਂ 2 ਬਾਈਟਸ ਪਿੱਛੇ ਜੰਪ ਕਰੇਗਾ. ਸੋ ਇਟ ਵਿਲ ਡਿਸਪਲੇ ਸਮਥਿੰਗ ਲਾਈਕ 488 ਬਿਕੋਜ਼ 90 ਤੋਂ 2 ਮਾਈਨਸ ਕੀਤੇ ਤਾਂ 88 ਆਇਆ. ਸੋ ਦੈਟ ਇਜ਼ ਦ ਕੰਸੈਪਟ ਆਫ ਆਪਰੇਸ਼ਨਸ ਔਨ ਪੁਆਇੰਟਰਸ. ਬੇਸਿਕਲੀ ਇਸ ਜਿਹੜਾ ਟੌਪਿਕ ਹੈ ਵੀ ਅਸੀਂ ਤੁਸੀਂ ਪੁਆਇੰਟਰਸ ਨੂੰ ਐਡ ਕਰ ਸਕਦੇ ਹੋ, ਪੁਆਇੰਟਰਸ ਨੂੰ ਸਬਟਰੈਕਟ ਕਰ ਸਕਦੇ ਹੋ. ਯੂ ਕੈਨ ਐਡ ਪੁਆਇੰਟਰਸ ਸਿੰਪਲੀ ਵੀ ਕਿਸੇ ਪੁਆਇੰਟਰ ਦੇ ਵਿੱਚ ਕੋਈ ਇੰਟੀਜਰ ਵੈਲਿਊ ਵੀ ਐਡ ਕਰ ਸਕਦੇ ਹਾਂ. ਵੀ ਕੈਨ ਐਡ p+2. ठीक है, p+2 मीनस जी ਇਹਦੀ प्रीवियस वैल्यू ਉਹਦੇ ਵਿੱਚ 2 ਪੁਆਇੰਟਸ ਐਡ ਕੀਤੇ. 2 ਪੁਆਇੰਟ ਐਡ ਕਰਨ ਦਾ ਮਤਲਬ 2 ਐਡਰੈਸ ਵੈਲਿਊਜ਼ ਐਡ ਕੀਤੀਆਂ. ਐਡਰੈਸ ਮੀਨਸ ਯੂ ਆਰ ਸ਼ਿਫਟਿੰਗ ਬਾਈ 2 ਸਟੈਪਸ. 2 ਸਟੈਪਸ ਸ਼ਿਫਟਿੰਗ ਦਾ ਮਤਲਬ ਇਹ ਹੋਏਗਾ ਡਿਪੈਂਡ ਕਰੇਗਾ ਵੀ ਤੁਹਾਡਾ ਪੁਆਇੰਟਰ ਕਿਸ ਤਰੀਕੇ ਦੇ ਨਾਲ ਹੈ. ਅਗਰ ਇੰਟੀਜਰ ਪੁਆਇੰਟਰ ਹੈ ਤੇ 2 ਸਟੈਪਸ ਦਾ ਮਤਲਬ 4 ਬਾਈਟ ਸਪੇਸ ਹੋ ਗਿਆ ਬਿਕੋਜ਼ ਇੱਕ ਇੰਟੀਜਰ 2 bytes of space length. So 2 jumps means 4 byte of jump from that particular location of address because pointer ही है address variable है. ਹੁਣ ਤੁਸੀਂ ਇਹਨੂੰ ਆਪਾਂ clearly ਅਗਰ understand ਕਰਨ ਦੀ ਕੋਸ਼ਿਸ਼ ਕਰੀਏ. So these are the address values. Suppose ਇਹਦਾ address ਹੈਗਾ 4890 4892 4894 4896 4898. ये मैं इंटीजर का एग्जाम्पल ले रही हूँ बिकॉज हरेक इंटीजर वैल्यू 2 बाइट स्पेस लेंदा है. अगर पहला वैरिएबल जिहड़ा है x वो जाके इत्थे 4890 ते स्टोर होया है तो जो p+2 करोगे तो तुसी 2 स्पेसिस जंप करोगे. इट मीनस यू वर हेयर यू जंप्ड हेयर 1 स्पेस यू जंप्ड हेयर 2 स्पेस. तो जो 2 स्पेस जंप करोगे तो थोड़ा एड्रैस अगर चेक करोगे तो डिस्प्ले होएगा 4894 एड्रैस जंप होएगा अगर तुसी ऐड किया. ठीक है, फिर तुसी इहनू
p+2 ਦੁਬਾਰਾ ਐਡ ਕਰ ਲਿਆ ਤਾਂ ਤੁਸੀਂ ਦੋ ਪਲੇਸਿਸ ਫੇਰ ਜੰਪ ਕਰੋਗੇ ਤਾਂ ਜਿਹੜਾ ਐਡਰੈਸ ਡਿਸਪਲੇ ਹੋਏਗਾ 4898 ਹੈ। ਉਸ ਤੋਂ ਬਾਅਦ ਅਗਰ ਤੁਸੀਂ ਮਾਈਨਸ ਕੀਤਾ p-1 ਇਟ ਮੀਨਸ ਤੁਸੀਂ ਇੱਕ ਸਪੇਸ ਪਿੱਛੇ ਗਏ, ਇੱਕ ਸਪੇਸ ਇੱਥੋਂ ਜੰਪ ਕਰਕੇ ਆ ਗਏ ਤਾਂ ਤੁਹਾਡਾ ਜਿਹੜਾ ਐਡਰੈਸ ਡਿਸਪਲੇ ਕਰੇਗਾ ਉਹ 4896 ਦੇ ਵਿੱਚ ਹੈ। ਸੋ ਦਿਸ ਇਜ਼ ਹਾਊ ਦ ਪੁਆਇੰਟਰਸ ਆਰ ਵਰਕਿੰਗ, how you are adding pointers. adding means ਤੁਸੀਂ ਐਡਰੈਸ ਨੂੰ ਐਡ ਕਰ ਰਹੇ ਹੋ। ਐਡਰੈਸ ਨੂੰ ਐਡ ਕਰਨ ਦਾ ਮਤਲਬ ਜੰਪ ਕਰ ਰਹੇ ਹੋ ਨੈਕਸਟ ਐਡਰੈਸ ਤੇ। ਸਬਟਰੈਕਟਿੰਗ ਆਫ ਐਡਰੈਸਿਸ ਜਾਂ ਪੁਆਇੰਟਰ ਦਾ ਮਤਲਬ ਹੈ ਤੁਸੀਂ ਐਡਰੈਸ ਜਿਹੜੀ ਪੋਜੀਸ਼ਨ ਹੈ ਜਾਂ ਲੋਕੇਸ਼ਨ ਉਹ ਪਿੱਛੇ ਮਾਈਨਸ ਕਰ ਰਹੇ ਹੋ। ਹੁਣ ਸਮਝਾਉਣ ਲਈ ਮੈਂ ਇੱਕ ਐਗਜ਼ਾਮਪਲ ਦੇ ਸਕਦੀ ਹਾਂ ਵੀ ਜਿਵੇਂ ਕੋਈ ਬੈਂਕ ਘਰ ਹੈ, ਘਰ ਦਾ ਐਡਰੈਸ ਹੈਗਾ 102 ਤੇ ਉਹਦੇ ਨਾਲ ਵਾਲੇ ਘਰ ਦਾ ਨੰਬਰ ਹੋਏਗਾ 103 104 105। ਇਟ ਮੀਨਸ ਇਹ ਐਡਰੈਸ ਲੋਕੇਸ਼ਨਸ ਹੈ ਤੇ ਤੁਸੀਂ ਕਹਿੰਦੇ ਹੋ ਵੀ ਦੋ ਘਰ ਛੱਡ ਕੇ ਮੀਨਸ ਯੂ ਆਰ ਜੰਪਿੰਗ 2 ਹਾਊਸਿਸ। ਤੇ ਅਗਰ ਇਸ ਘਰ ਦਾ ਐਡਰੈਸ 101 ਹੈ ਤੇ ਦੋ ਘਰ ਛੱਡ ਕੇ ਜਿਹੜਾ ਨੈਕਸਟ ਘਰ ਹੋਏਗਾ ਉਹਦਾ 104 ਹੋਏਗਾ, ਠੀਕ ਹੈ, ਬਿਕੋਜ਼ ਦੈਨ ਯੂ ਆਰ ਸਟੈਪਿੰਗ ਬਾय ਦੈਨ ਯੂ ਆਰ ਮੂਵਿੰਗ ਬਾय 2 ਸਟੈਪਸ ਫਰਦਰ। ਸੋ that is the concept of your operations on pointers. We have another concept of void pointers. Void pointer ਦਾ ਮਤਲਬ ਹੈ ਖਾਲੀ pointer. ਖਾਲੀ pointer means we are not specifying any data type here. Void type pointer declare ਕਰਨ ਲਈ ਤੁਸੀਂ ਲਿਖਣਾ ਹੈ void star p। ਮਤਲਬ ਇਹਨੇ ਸਪੈਸੀਫਾਈ ਨਹੀਂ ਆਪਾਂ ਕੀਤਾ ਵੀ ਜਿਹੜੀ p pointer ਉਹ ਕਿਸ ਡੇਟਾ ਟਾਈਪ ਦਾ ਹੈ। ਇਸ ਤੋਂ ਪਹਿਲਾਂ ਅਸੀਂ ਲਿਖਿਆ ਵੀ int ਹੈ, char ਹੈ, float ਹੈ। ਹੁਣ ਜਿਹੜਾ void pointer ਹੈ ਇਹ empty pointer ਹੈ, ਇਹਨੂੰ ਆਪਾਂ ਕਿਸੇ ਮਰਜ਼ੀ ਵੈਰੀਏਬਲ ਦੇ ਨਾਲ ਇਨੀਸ਼ੀਅਲਾਈਜ਼ ਕਰ ਸਕਦੇ ਹਾਂ। ਸਪੋਜ਼ ਆਈ ਸੇ ਇੰਟੀਜਰ x ਤੇ x ਦਾ ਐਡਰੈਸ ਅਸੀਂ p ਦੇ ਵਿੱਚ ਸਟੋਰ ਕਰ ਸਕਦੇ ਹਾਂ। x ਦਾ ਐਡਰੈਸ p ਦੇ ਵਿੱਚ ਸਟੋਰ ਕਰਾ, ਦਿਸ ਇਜ਼ ਕਰੈਕਟ। ਅਗਰ ਤੁਸੀਂ ਇੱਕ ਕਰੈਕਟਰ a ਲਿਆ ਤੇ ਤੁਸੀਂ ਐਮਪਰਸੈਂਟ a ਇਜ਼ ਇਕੁਅਲ ਟੂ p, ਦਿਸ ਇਜ਼ ਆਲਸੋ ਕਰੈਕਟ। ਤੇ ਤੁਸੀਂ ਕਰੈਕਟਰ ਦਾ ਐਡਰੈਸ ਵੀ p 'ਚ ਪਾ ਸਕਦੇ ਹੋ। ਅਗਰ ਤੁਸੀਂ ਇੱਕ ਹੋਰ ਵੈਰੀਏਬਲ ਲਿਆ float c ਤੇ c ਦਾ ਐਡਰੈਸ ਤੁਸੀਂ p ਨੂੰ ਦੇਤਾ, ਦਿਸ ਇਜ਼ ਆਲਸੋ ਕਰੈਕਟ, ਦਿਸ ਨਥਿੰਗ ਰੋਂਗ ਅਬਾਊਟ ਇਟ। ਕਿਉਂਕਿ ਜਿਹੜਾ void ਹੈ ਇਹਦੇ 'ਚ ਆਪਾਂ ਡੇਟਾ ਟਾਈਪ ਸਪੈਸੀਫਾਈ ਨਹੀਂ ਕੀਤੀ ਤੇ ਜਿਸ ਮਰਜ਼ੀ ਡੇਟਾ ਟਾਈਪ ਦਾ ਵੈਰੀਏਬਲ ਹੈ ਉਹਦਾ ਐਡਰੈਸ ਆਪਾਂ ਇਸ ਪੁਆਇੰਟਰ ਦੇ ਵਿੱਚ ਸਟੋਰ ਕਰ ਸਕਦੇ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਿਮਿਲਰ ਡੇਟਾ ਟਾਈਪਸ ਹੋਣੀਆਂ ਚਾਹੀਦੀਆਂ। ਮਤਲਬ ਅਗਰ ਇਹ ਇੰਟੀਜਰ ਹੁੰਦਾ ਤਾਂ ਫਿਰ ਸਿਰਫ ਉਹ ਇੰਟੀਜਰ ਦਾ ਐਡਰੈਸ ਸਟੋਰ ਕਰਦਾ, ਅਗਰ ਇਹ ਕਰੈਕਟਰ ਹੁੰਦਾ ਤਾਂ ਸਿਰਫ ਉਹ ਕਰੈਕਟਰ ਦਾ ਐਡਰੈਸ ਹੀ ਸਟੋਰ ਕਰਦਾ, ਅਗਰ ਫਲੋਟ ਪੁਆਇੰਟਰ ਹੁੰਦਾ ਤਾਂ ਸਿਰਫ ਉਹ ਫਲੋਟ ਦਾ ਐਡਰੈਸ ਹੀ ਸਟੋਰ ਕਰਦਾ। ਲੇਕਿਨ ਇੱਥੇ ਇਹਦੀ ਆਪ ਦੀ ਕੋਈ ਡੇਟਾ ਟਾਈਪ ਹੈ ਹੀ ਨਹੀਂ ਸਪੈਸੀਫਾਈਡ, ਸੋ ਇਹ ਖਾਲੀ ਪੁਆਇੰਟਰ ਹੈ। ਇਸ ਪੁਆਇੰਟਰ ਨੂੰ ਆਪਾਂ ਜਿਸ ਮਰਜ਼ੀ ਕਰੈਕਟਰ ਡੇਟਾ ਟਾਈਪ ਦੇ ਨਾਲ ਇਨੀਸ਼ੀਅਲਾਈਜ਼ ਕਰ ਸਕਦੇ ਹਾਂ। ਜਿਹੜੀ ਸਾਡੀ ਜ਼ਰੂਰਤ ਹੈ ਉਸ ਦੇ ਅਕੋਰਡਿੰਗਲੀ ਵੀ ਕੈਨ ਇਨੀਸ਼ੀਅਲਾਈਜ਼ ਦਿਸ ਪੁਆਇੰਟਰ। ਸੋ ਥੀਸ ਆਰ ਨੋਨ ਐਜ਼ ਦਾ void pointer. We have another concept of uninitialized pointers. Uninitialized pointer ਮਤਲਬ ਤੁਸੀਂ ਕੋਈ ਵੀ pointer declare ਕੀਤਾ ਤੇ ਤੁਸੀਂ ਉਹਨੂੰ null ਦੇ ਨਾਲ ਇਨੀਸ਼ੀਅਲਾਈਜ਼ ਕਰਤਾ, ਉਹਨੂੰ ਨਲ ਵੈਲਿਊ ਦਿੱਤੀ, ਮਤਲਬ ਇਹ ਇਨੀਸ਼ੀਅਲਾਈਜ਼ ਨਹੀਂ ਹੋਇਆ। ਅਨਇਨੀਸ਼ੀਅਲਾਈਜ਼ਡ ਮੀਨਸ ਤੁਸੀਂ ਇਸ ਪੁਆਇੰਟਰ ਨੂੰ ਕਿਸੇ ਵੈਰੀਏਬਲ ਦਾ ਐਡਰੈਸ ਨਹੀਂ ਦਿੱਤਾ। ਵੀ ਹੈਵ ਅ ਕੰਸੈਪਟ ਲਾਈਕ ਦਿਸ ਆਲਸੋ, ਥੀਸ ਆਰ ਨੋਨ ਐਜ਼ ਅਨਇਨੀਸ਼ੀਅਲਾਈਜ਼ਡ ਪੁਆਇੰਟਰਸ। ਇਹ ਐਸੇ ਪੁਆਇੰਟਰਸ ਹੈ ਜਿਹੜੇ ਕਿਸੇ ਐਡਰੈਸ ਨੂੰ ਪੁਆਇੰਟ ਆਊਟ ਨਹੀਂ ਕਰਦੇ, ਠੀਕ ਹੈ। We have now in the next lecture we will go in detail of the pointers. This is the basic concept related to pointers.